ਹੁਕਮੀ ਹੁਕਮ ਚਲਾਏ ਰਹਾਓ। ਹੁਕਮੀ ਹੋਵੇ ਆਕਾਰ ਹੁਕਮ ਨਾ ਕਿਹਾ ਜਾਏ। ਹੁਕਮੇ ਹੋਵੇ ਜੀ ਹੁਕਮ ਮਿਲੇ ਵਡਿਆਈ। ਹੁਕਮੇ ਉੱਤਮ ਨੀਚ ਹੁਕਮੇ ਲਿਖ ਦੁੱਖ ਸੁੱਖ ਪਾਈਏ। ਜੀਵਨ ਨੂੰ ਜਿਉਣ ਦੇ ਦੋ ਹੀ ਢੰਗ ਹਨ। ਇੱਕ ਢੰਗ ਹੈ ਸੰਘਰਸ਼ ਦਾ, ਇੱਕ ਢੰਗ ਹੈ ਸਮਰਪਣ ਦਾ। ਸੰਘਰਸ਼ ਦਾ ਅਰਥ ਹੈ ਮੇਰੀ ਮਰਜ਼ੀ ਸਮਾਗਮ ਦੀ ਮਰਜ਼ੀ ਤੋਂ ਵੱਖ ਹੈ। ਸਮਰਪਣ ਦਾ ਅਰਥ ਹੈ ਮੈਂ ਪੂਰਨ ਦਾ ਇੱਕ ਅੰਗ ਹਾਂ। ਮੇਰੀ ਮਰਜ਼ੀ ਦੇ ਵੱਖਰੇ ਹੋਣ ਦਾ ਕੋਈ ਸਵਾਲ ਨਹੀਂ। ਮੈਂ ਜੇਕਰ ਵੱਖਰਾ ਹਾਂ ਤਾਂ ਸੰਘਰਸ਼ ਸੁਭਾਵਿਕ ਹੈ। ਜੇਕਰ ਇਸ ਵਿੱਚ ਵਿਰਾਟ ਦੇ ਨਾਲ ਇੱਕ ਤਾਂ ਸਮਰਪਣ ਸੁਭਾਵਿਕ ਹੈ। ਸੰਘਰਸ਼ ਲਿਆਵੇਗਾ ਤਣਾਅ, ਅਸ਼ਾਂਤੀ, ਚਿੰਤਾ। ਸ਼ਾਂਤੀ, ਆਨੰਦ ਅਤੇ ਅੰਤ ਦੇ ਪਰਮ ਗਿਆਨ। ਸੰਘਰਸ਼ ਨਾਲ ਹੰਕਾਰ ਵਧੇਗਾ, ਸਮਰਪਣ ਨਾਲ ਮਿਟੇਗਾ। ਸੰਸਾਰੀ ਉਹੀ ਹੈ ਜੋ ਸੰਘਰਸ਼ ਕਰ ਰਿਹਾ ਹੈ। ਧਾਰਮਿਕ ਉਹੀ ਹੈ ਜਿਸ ਨੇ ਸੰਘਰਸ਼ ਛੱਡਿਆ ਅਤੇ ਸਮਰਪਣ ਕੀਤਾ। ਮੰਦਰ, ਮਸਜਿਦ, ਗੁਰਦੁਆਰੇ ਜਾਣ ਨਾਲ ਧਰਮ ਦਾ ਕੋਈ ਸੰਬੰਧ ਨਹੀਂ ਹੈ। ਜੇਕਰ ਤੁਹਾਡੀ ਬਿਰਤੀ ਜੂਝਣ ਦੀ ਹੈ, ਜੇਕਰ ਤੁਸੀਂ ਲੜਾਈ ਕਰ ਰਹੇ ਹੋ ਪਰਮਾਤਮਾ ਨਾਲ, ਜੇਕਰ ਤੁਸੀਂ ਆਪਣੀ ਇੱਛਾ ਪੂਰੀ ਕਰਨਾ ਚਾਹੁੰਦੇ ਹੋ, ਚਾਹੇ ਪ੍ਰਾਰਥਨਾ ਰਾਹੀਂ ਹੀ ਸਹੀ, ਪੂਜਾ ਨਾਲ ਹੀ ਸਹੀ, ਜੇਕਰ ਤੁਸੀਂ ਆਪਣੀ ਕੋਈ ਇੱਛਾ ਹੈ ਤਾਂ ਤੁਸੀਂ ਅਧਾਰਮਿਕ ਹੋ। ਜਦ ਤੁਹਾਡੀ ਆਪਣੀ ਕੋਈ ਚਾਹ ਨਹੀਂ, ਜਦ ਉਸਦੀ ਚਾਹ ਵੀ ਤੁਹਾਡੀ ਚਾਹ ਹੈ, ਜਿੱਥੇ ਉਹ ਲੈ ਜਾਏ ਤੁਹਾਡੀ ਮੰਜ਼ਿਲ ਹੈ। ਤੁਹਾਡੀ ਵੱਖਰੀ ਕੋਈ ਮੰਜ਼ਿਲ ਨਹੀਂ। ਜਿਵੇਂ ਉਹ ਚਲਾਏ ਉਹੀ ਤੁਹਾਡੀ ਚਾਲ ਹੈ। ਤੁਹਾਡੀ ਕੋਈ ਆਕਾਂਸ਼ਤਾ, ਇੱਛਾ ਨਹੀਂ। ਤੁਸੀਂ ਨਿਰਣਾ ਲੈਂਦੇ ਹੀ ਨਹੀਂ, ਤੁਸੀਂ ਤੈਰਦੇ ਵੀ ਨਹੀਂ ਅਤੇ ਤੁਸੀਂ ਤਰਦੇ ਵੀ ਨਹੀਂ। ਆਕਾਸ਼ ਵਿੱਚ ਕਦੀ ਵੇਖੋ, ਇੱਲ ਬਹੁਤ ਉੱਚੀ ਉਚਾਈ 'ਤੇ ਚਲੀ ਜਾਂਦੀ ਹੈ, ਫਿਰ ਖੰਭ ਵੀ ਨਹੀਂ ਹਿਲਾਉਂਦੀ, ਫਿਰ ਖੰਭਾਂ ਨੂੰ ਫੈਲਾ ਦਿੰਦੀ ਹੈ ਅਤੇ ਹਵਾ ਵਿੱਚ ਤਿਰਦੀ ਹੈ। ਇਹੋ ਜਿਹੀ ਦਸ਼ਾ ਜਦੋਂ ਤਿਰਨ ਦੀ ਤੁਹਾਡੀ ਚੇਤਨਾ ਵਿੱਚ ਆ ਜਾਏ ਤਾਂ ਸਮਰਪਣ ਹੈ। ਜਦ ਤੁਸੀਂ ਖੰਭ ਵੀ ਨਹੀਂ ਹਿਲਾਉਂਦੇ, ਜਦ ਤੁਸੀਂ ਉਸ ਦੀਆਂ ਹਵਾਵਾਂ 'ਤੇ ਤਿਰ ਜਾਂਦੇ ਹੋ, ਜਦ ਤੁਸੀਂ ਨਿਰਭਰ ਹੋ ਜਾਂਦੇ ਹੋ, ਕਿਉਂਕਿ ਭਾਰ ਸੰਘਰਸ਼ਨ ਤੋਂ ਉਪਜਦਾ ਹੈ ਅਤੇ ਪੱਥਰ ਵਾਂਗ ਤੁਹਾਡੇ ਗਲੇ ਵਿੱਚ ਲਟਕਿਆ ਹੈ। ਜਿੰਨਾ ਤੁਸੀਂ ਲੜੋਗੇ ਓਨਾ ਹੀ ਹੰਕਾਰ ਵਧੇਗਾ। ਇੰਝ ਹੋਇਆ ਕਿ ਇੱਕ ਦਿਨ ਗੁਰੂ ਨਾਨਕ ਦੇਵ ਜੀ ਇੱਕ ਪਿੰਡ ਦੇ ਬਾਹਰ ਆ ਕੇ ਠਹਿਰੇ। ਉਹ ਪਿੰਡ ਸੂਫੀਆਂ ਦਾ ਸੀ। ਉਹਨਾਂ ਦਾ ਵੱਡਾ ਕੇਂਦਰ ਸੀ। ਉੱਥੇ ਬਹੁਤ ਹੀ ਸੂਫੀ ਸਨ, ਗੁਰੂ ਸਨ। ਪੂਰੀ ਬਸਤੀ ਹੀ ਸੂਫੀਆਂ ਦੀ ਸੀ। ਜਦੋਂ ਸੂਫੀਆਂ ਨੇ ਗੁਰੂ ਨਾਨਕ ਨੂੰ ਖਬਰ ਮਿਲੀ ਤਾਂ ਉਸਨੇ ਸਵੇਰੇ ਸਵੇਰੇ ਹੀ ਗੁਰੂ ਨਾਨਕ ਦੇ ਲਈ ਇੱਕ ਕਟੋਰੇ ਵਿੱਚ ਦੁੱਧ ਭਰ ਕੇ ਭੇਜਿਆ। ਦੁੱਧ ਨੱਕੋ ਨੱਕ ਭਰਿਆ ਹੋਇਆ ਸੀ। ਇੱਕ ਤੁਪਕਾ ਵੀ ਹੋਰ ਨਹੀਂ ਸਮਾ ਸਕਦਾ ਸੀ। ਨਾਨਕ ਪਿੰਡ ਤੋਂ ਬਾਹਰ ਆਏ ਇੱਕ ਖੂਹ ਦੇ ਕੰਢੇ ਉੱਤੇ ਠਹਿਰੇ ਸਨ। ਉਹਨਾਂ ਦੇ ਕੋਲ ਹੀ ਲੱਗੀ ਹੋਈ ਇੱਕ ਝਾੜੀ ਤੋਂ ਫੁੱਲ ਤੋੜ ਕੇ ਉਹ ਦੁੱਧ ਦੇ ਕਟੋਰੇ ਵਿੱਚ ਪਾ ਦਿੱਤਾ। ਗੁਰੂ ਨਾਨਕ ਦੇ ਇੱਕ ਤੁਪਕਾ ਵੀ ਸਮਾ ਨਹੀਂ ਸਕਦਾ ਸੀ। ਗੁਰੂ ਨਾਨਕ ਦੇਵ ਜੀ ਪਿੰਡ ਤੋਂ ਬਾਹਰ ਇੱਕ ਖੂਹ ਦੇ ਕੰਢੇ ਉੱਤੇ ਠਹਿਰੇ। ਉਹਨਾਂ ਕੋਲ ਹੀ ਲੱਗੀ ਹੋਈ ਇੱਕ ਝਾੜੀ ਦਾ ਫੁੱਲ ਤੋੜ ਕੇ ਉਸ ਦੁੱਧ ਦੇ ਕਟੋਰੇ ਵਿੱਚ ਪਾ ਦਿੱਤਾ। ਫੁੱਲ ਤਿਰ ਗਿਆ। ਫੁੱਲ ਦਾ ਭਾਰ ਕੀ, ਉਸ ਨੇ ਥਾਂ ਨਾ ਮੰਗੀ। ਉਹ ਉੱਤੇ ਹੀ ਤਰ ਗਿਆ ਜਿੱਥੇ ਤਿਰ ਗਿਆ ਅਤੇ ਕਟੋਰਾ ਮੋੜ ਕੇ ਭਿਜਵਾ ਦਿੱਤਾ। ਨਾਨਕ ਦਾ ਚੇਲਾ, ਗੁਰੂ ਨਾਨਕ ਦੇਵ ਜੀ ਦੇ ਚੇਲੇ ਮਰਦਾਨਾ ਬਹੁਤ ਹੈਰਾਨ ਹੋਏ ਕਿ ਮਾਮਲਾ ਕੀ ਹੈ। ਉਸਨੇ ਪੁੱਛਿਆ, ਮੈਂ ਸਭ ਕੁਛ ਸਮਝਿਆ ਨਹੀਂ, ਕੀ ਬੁਝਾਰਤ ਹੈ? ਇਹ ਹੋਇਆ ਕੀ ਹੈ? ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਸੂਫੀਆਂ ਦੇ ਗੁਰੂ ਨੇ ਖਬਰ ਭੇਜੀ ਹੈ ਕਿ ਪਿੰਡ ਵਿੱਚ ਬਹੁਤ ਗਿਆਨੀ ਹਨ, ਹੁਣ ਹੋਰ ਥਾਂ ਨਹੀਂ ਹੈ। ਮੈਂ ਖਬਰ ਮੋੜ ਕੇ ਘੱਲ ਦਿੱਤੀ ਕਿ ਮੇਰਾ ਕੋਈ ਭਾਰ ਨਹੀਂ ਹੈ, ਮੈਂ ਥਾਂ ਮੰਗਾਂਗਾ ਹੀ ਨਹੀਂ, ਫੁੱਲ ਵਾਂਗ ਤਰ ਜਾਵਾਂਗਾ। ਜਿਹੜਾ ਨਿਰਭਰ ਹੈ ਉਹ ਗਿਆਨੀ ਹੈ, ਜਿਸ ਦੇ ਵਿੱਚ ਵਜ਼ਨ ਹੈ ਉਹ ਅਜੇ ਅਗਿਆਨੀ ਹੈ। ਅਤੇ ਜਦੋਂ ਤੁਹਾਡੇ ਵਿੱਚ ਭਾਰ ਆ ਜਾਂਦਾ ਹੈ ਤਾਂ ਤੁਹਾਡੇ ਕੋਲ ਦੂਜੇ ਨੂੰ ਸੱਟ ਵੱਜਦੀ ਹੈ, ਤੁਸੀਂ ਨਿਰਭਰ ਹੋ ਜਾਂਦੇ ਹੋ, ਤਾਂ ਤੁਹਾਡੇ ਜੀਵਨ ਦਾ ਢੰਗ ਅਜਿਹਾ ਹੁੰਦਾ ਹੈ ਕਿ ਢੰਗ ਨਾਲ ਸੱਟ ਪਹੁੰਚਾਉਣਾ ਅਸੰਭਵ ਹੋ ਜਾਂਦਾ ਹੈ
ਅਹਿੰਸਾ ਆਪਣੇ ਆਪ ਫਲਦੀ ਹੈ। ਪ੍ਰੇਮ ਆਪਣੇ ਆਪ ਪੈਦਾ ਹੁੰਦਾ ਹੈ। ਪ੍ਰੇਮ ਨੂੰ ਕੋਈ ਲਗਾ ਨਹੀਂ ਸਕਦਾ ਤੇ ਕੋਈ ਹੀ ਕਰੁਣਾ ਨੂੰ ਥੋਪ ਸਕਦਾ ਹੈ। ਜੇਕਰ ਤੁਸੀਂ ਨਿਰਭਰ ਹੋਗੇ ਇਹ ਸਾਰੀਆਂ ਘਟਨਾਵਾਂ ਆਪ ਹੀ ਘਟਦੀਆਂ ਜਾਵਣਗੀਆਂ। ਜਿਵੇਂ ਆਦਮੀ ਦੇ ਪਿੱਛੇ ਛਾਂ ਚੱਲਦੀ ਹੈ ਨਾ, ਜਿਵੇਂ ਭਾਰੀ ਇਨਸਾਨ ਦੇ ਪਿੱਛੇ ਘ੍ਰਿਣਾ, ਕ੍ਰੋਧ, ਅਹਿੰਸਾ, ਹੱਤਿਆ ਚੱਲਦੀ ਹੈ, ਹਲਕੇ ਮਨੁੱਖ ਦੇ ਪਿੱਛੇ ਪ੍ਰੇਮ, ਕਰੁਣਾ, ਦਇਆ, ਪ੍ਰਾਰਥਨਾ ਅਤੇ ਆਪ ਚੱਲਦੀ ਹੈ। ਇਹ ਬੁਨਿਆਦੀ ਸਵਾਲ ਹੈ। ਅੰਦਰੋਂ ਹੰਕਾਰ ਨੂੰ ਡਿੱਗ ਨਾ ਦੇਣਾ। ਤੁਸੀਂ ਗਿਰਾਓਗੇ ਹੰਕਾਰ ਨੂੰ। ਉਹ ਇੱਕ ਹੀ ਉਪਾਅ ਹੈ। ਵੇਦਾਂ ਵਿੱਚ ਉਸ ਉਪਾਅ ਨੂੰ ਰਿਤ ਕਿਹਾ ਗਿਆ ਹੈ। ਲਾਓਤਸੇ ਨੇ ਉਸ ਉਪਾਅ ਨੂੰ ਤਾਓ ਕਿਹਾ ਹੈ। ਬੁੱਧ ਨੇ ਧੰਮ, ਮਹਾਵੀਰ ਨੇ ਪਰਮ, ਨਾਨਕ ਦਾ ਸ਼ਬਦ ਹੁਕਮ। ਉਸ ਦੀ ਆਗਿਆ ਨਾਲ ਜਿਹੜਾ ਟੁਰਨ ਲੱਗਾ, ਜਿਹੜਾ ਆਪਣੇ ਵਿੱਚੋਂ ਹਿਲਦਾ ਜੁਲਦਾ ਵੀ ਨਹੀਂ, ਜਿਸਦਾ ਕੋਈ ਭਾਵ ਨਹੀਂ, ਕੋਈ ਚਾਅ ਨਹੀਂ, ਉਸਨੇ ਆਪਣੇ ਆਪ ਨੂੰ ਥੋਪਣਾ ਚਾਹੁੰਦਾ ਹੈ, ਉਸਦੇ ਹੁਕਮ ਵਿੱਚ ਗਿਆ। ਉਸ ਦੇ ਧਾਰਮਿਕ ਆਦਮੀ ਜਿਹੜਾ ਉਸਦੇ ਹੁਕਮ ਵਿੱਚ ਆ ਗਿਆ, ਉਹ ਸਭ ਕੁਝ ਪਾ ਗਿਆ। ਕੁਝ ਪਾਉਣ ਲਈ ਬਚਦਾ ਨਹੀਂ, ਕਿਉਂਕਿ ਉਸਦੇ ਹੁਕਮ ਨੂੰ ਮੰਨਣਾ ਉਸਦੇ ਹਿਰਦੇ ਤੱਕ ਪਹੁੰਚ ਜਾਣ ਦਾ ਦੁਆਰ ਹੈ। ਆਪਣੇ ਆਪ ਨੂੰ ਹੀ ਮੰਨਣਾ, ਉਸ ਤੋਂ ਦੂਰ ਹਟਾਏ ਜਾਣਾ। ਆਪਣੇ ਆਪ ਨੂੰ ਮੰਨਣਾ, ਤੁਸੀਂ ਪਰਮਾਤਮਾ ਦੇ ਵੱਲ ਪਿੱਠ ਕਰ ਲਈ। ਉਸ ਦੀ ਆਗਿਆ ਨੂੰ ਮੰਨਣਾ, ਤੁਹਾਡਾ ਮੂੰਹ ਪਰਮਾਤਮਾ ਦੇ ਵੱਲ ਹੋ ਗਿਆ। ਤੁਸੀਂ ਸੂਰਜ ਵੱਲ ਪਿੱਠ ਕਰਕੇ ਜੀਵਨ ਭਰ ਦੌੜਦੇ ਰਹੇ ਤਾਂ ਹਨੇਰੇ ਵਿੱਚ ਹੀ ਰਹੋਗੇ। ਤੁਸੀਂ ਸੂਰਜ ਵੱਲ ਮੂੰਹ ਕਰਕੇ ਇਸ ਵੇਲੇ ਕਰ ਲਓ ਤਾਂ ਜਨਮਾਂ ਜਨਮਾਂ ਦਾ ਹਨੇਰਾ ਮੁੱਕ ਜਾਵੇਗਾ। ਪਰਮਾਤਮਾ ਦੇ ਸਨਮੁਖ ਹੋਣ ਤੋਂ ਇੱਕ ਉਪਾਅ ਹੈ। ਇਹ ਹੈ ਕਿ ਤੁਸੀਂ ਆਪਣੀ ਮਰਜ਼ੀ ਛੱਡ ਦਿਓ। ਤੁਸੀਂ ਤਰੋਗੇ ਨਹੀਂ, ਬਹੋਗੇ। ਤੁਸੀਂ ਇਹੋ ਹੀ ਬਹੁਤ ਹੈ। ਤੁਸੀਂ ਆਕਾਰਨ ਹੀ ਭਾਰ ਲੈ ਰਹੇ ਹੋ। ਤੁਹਾਡੀਆਂ ਸਫਲਤਾ ਤੁਹਾਡੇ ਹੰਕਾਰ ਦੇ ਹੀ ਰੋਗ ਹਨ। ਤੁਹਾਡੀ ਇਹ ਹਾਲਤ ਜਿਹਾ ਮੈਂ ਸੁਣਿਆ, ਇੱਕ ਰੱਥ ਲੰਘ ਰਿਹਾ ਸੀ ਅਤੇ ਇੱਕ ਮੱਖੀ ਉਸਦੇ ਪਹੀਏ ਦੀ ਕਿੱਲੀ ਉੱਤੇ ਬੈਠੀ ਸੀ। ਇੱਕ ਮੱਖੀ ਉਸ ਰੱਥ ਦੇ ਪਹੀਏ ਉੱਤੇ ਬੈਠੀ ਸੀ। ਬੜੀ ਧੂੜ ਉੱਡੀ ਜਾ ਰਹੀ ਸੀ। ਰੱਥ ਵੱਡਾ ਸੀ। 12 ਘੋੜੇ ਜੁੜੇ ਹੋਏ ਸਨ। ਬਹੁਤ ਭਿਆਨਕ ਆਵਾਜ਼ ਆ ਰਹੀ ਸੀ। ਬੜੀ ਧੂੜ ਉਡਾ ਰਹੀ ਸੀ। ਉਸ ਮੱਖੀ ਨੇ ਆਲੇ ਦੁਆਲੇ ਵੇਖਿਆ ਤੇ ਕਿਹਾ, ਅੱਜ ਮੈਂ ਬਹੁਤ ਧੂੜ ਉਡਾ ਰਹੀ ਹਾਂ। ਰੱਥ ਨਾਲ ਉੱਡ ਰਹੀ ਹਾਂ। ਧੂੜ ਮੱਖੀ ਕਿੱਲ ਉੱਤੇ ਬੈਠੀ ਸੀ, ਪਰ ਸੋਚ ਰਹੀ ਸੀ, ਅੱਜ ਮੈਂ ਬਹੁਤ ਧੂੜ ਉਡਾ ਰਹੀ ਹਾਂ ਅਤੇ ਜਦ ਇੰਨਾ ਧੂੜ ਉੱਡਾ ਰਹੀ ਹਾਂ ਤਾਂ ਇੰਨਾ ਹੀ ਵੱਡੀ ਹਾਂ। ਤੁਸੀਂ ਸਫਲ ਵੀ ਹੁੰਦੇ ਹੋ ਤਾਂ ਉਸਦੇ ਹੀ ਕਾਰਨ ਹਨ। ਜੋ ਕਿ ਤੁਸੀਂ ਪਾਉਂਦੇ ਹੋ ਉਸਦੇ ਹੀ ਕਾਰਨ ਹੈ। ਤੁਸੀਂ ਰੱਬ ਉੱਤੇ ਬੈਠੀ ਇੱਕ ਮੱਖੀ ਤੋਂ ਜ਼ਿਆਦਾ ਨਹੀਂ ਹੋ। ਭੁੱਲ ਕੇ ਵੀ ਇਹ ਨਾ ਸੋਚਣਾ ਕਿ ਇੰਨੀ ਧੂੜ ਮੈਂ ਉਡਾ ਰਿਹਾ ਹਾਂ। ਧੂੜ ਹੈ ਤਾਂ ਰੱਬ ਦੀ ਹੈ, ਯਾਤਰਾ ਹੈ ਤਾਂ ਉਸਦੇ ਰੱਬ ਦੀ ਹੈ, ਲੇਕਿਨ ਤੁਸੀਂ ਆਪਣੇ ਆਪ ਵਿਚਕਾਰ ਨਾ ਲਿਆਓ। ਤੁਸੀਂ ਸੁਣੀ ਹੋਏਗੀ ਗੱਲ ਉਸ ਛਿਪਕਲੀ ਦੀ ਕਿ ਮਿੱਤਰਾਂ ਨੇ ਉਸ ਨੂੰ ਸੱਦਾ ਦਿੱਤਾ ਕਿ ਆਓ ਅੱਜ ਥੋੜ੍ਹਾ ਜੰਗਲ ਵਿੱਚ ਘੁੰਮ ਆਈਏ। ਉਸ ਛਿਪਕਲੀ ਨੇ ਕੀ ਕਿਹਾ, ਜਾਣਾ ਮੁਸ਼ਕਿਲ ਹੈ, ਕਿਉਂਕਿ ਇਸ ਛੱਪਰ ਨੂੰ ਕੌਣ ਸੰਭਾਲੇਗਾ। ਛੱਪਰ ਡਿੱਗ ਪਵੇਗਾ ਤਾਂ ਜ਼ਿੰਮੇਵਾਰੀ ਮੇਰੇ ਉੱਤੇ ਹੋਏਗੀ। ਛਿਪਕਲੀ ਸੋਚਦੀ ਹੈ ਕਿ ਮਹਿਲ ਦੇ ਛੱਪਰ ਨੂੰ ਉਸਨੇ ਸੰਭਾਲਿਆ ਹੋਇਆ ਹੈ। ਛਿਪਕਲੀ ਨੂੰ ਲੁਗਦਾ ਹੋਵੇਗਾ ਕਿ ਤੁਸੀਂ ਸੁਣੀ ਹੋਵੇਗੀ ਕਹਾਣੀ ਕਿ ਇੱਕ ਬੁੱਢੀ ਔਰਤ ਦੇ ਕੋਲ ਇੱਕ ਕੁੱਕੜ ਸੀ। ਉਹ ਸਵੇਰੇ ਬਾਂਗ ਦਿੰਦਾ ਸੀ। ਉਸ ਵੇਲੇ ਸੂਰਜ ਚੜ੍ਹਦਾ ਸੀ। ਬੁੱਢੀ ਆਕੜ ਗਈ ਅਤੇ ਉਸਨੇ ਪਿੰਡ ਦੇ ਲੋਕਾਂ ਨੂੰ ਖਬਰ ਕਰ ਦਿੱਤੀ ਕਿ ਮੇਰੇ ਨਾਲ ਜ਼ਰਾ ਸੋਚ ਸਮਝ ਕੇ ਵਰਤਾਓ ਕਰਨਾ, ਢੰਗ ਤੇ ਇੱਜ਼ਤ ਨਾਲ, ਕਿਉਂਕਿ ਜੇਕਰ ਮੈਂ ਆਪਣੇ ਕੁੱਕੜ ਨੂੰ ਲੈ ਕੇ ਦੂਜੇ ਪਿੰਡ ਚਲੀ ਗਈ ਤਾਂ ਯਾਦ ਰੱਖਣਾ, ਸੂਰਜ ਇਸ ਪਿੰਡ ਵਿੱਚ ਕਦੇ ਨਹੀਂ ਚੜ੍ਹੇਗਾ। ਮੇਰਾ ਕੁੱਕੜ ਜਦੋਂ ਬਾਂਗ ਦਿੰਦਾ ਹੈ ਤਦ ਸੂਰਜ ਚੜ੍ਹਦਾ ਹੈ ਅਤੇ ਗੱਲ ਸੱਚ ਹੀ ਹੈ। ਰੋਜ਼ ਕੁੱਕੜ ਬਾਂਗ ਦਿੰਦਾ ਹੈ ਤਾਂ ਸੂਰਜ ਚੜ੍ਹਦਾ ਸੀ। ਪਿੰਡ ਦੇ ਲੋਕ ਹੱਸੇ। ਲੋਕਾਂ ਨੇ ਮਖੌਲ ਉਡਾਇਆ ਕਿ ਤੂੰ ਪਾਗਲ ਹੈ। ਤਾਂ ਬੁੱਢੀ ਨੇ ਨਾਰਾਜ਼ਗੀ ਵਿੱਚ ਦੂਜੇ ਪਿੰਡ ਚਲੀ ਗਈ। ਕੁੱਕੜ ਦੇ ਬਾਂਗ ਦਿੱਤੀ ਤੇ ਦੂਜੇ ਪਿੰਡ 'ਚ ਸੂਰਜ ਚੜ੍ਹਿਆ
ਤਾਂ ਬੁੱਢੀ ਨੇ ਕਿਹਾ, ਹੁਣ ਰੋਣਗੇ, ਹੁਣ ਬੈਠ ਕੇ ਪਿੱਟਣਗੇ, ਨਾ ਰਿਹਾ ਕੁੱਕੜ ਤੇ ਨਾ ਚੜ੍ਹੇਗਾ ਸੂਰਜ। ਤੁਹਾਡਾ ਤਰਕ ਵੀ, ਇਸ ਬੁੱਢੀ ਦਾ ਤਰਕ ਵੀ ਹੈ ਤਾਂ ਬਹੁਤ ਸਾਫ਼, ਕਿਉਂਕਿ ਅਜਿਹਾ ਕਦੇ ਨਹੀਂ ਹੋਇਆ ਕਿ ਕੁੱਕੜ ਦੇ ਬਾਂਗ ਦਿੱਤੇ ਬਿਨਾਂ ਸੂਰਜ ਚੜ੍ਹਿਆ ਹੋਵੇ। ਪਰ ਗੱਲ ਬਿਲਕੁਲ ਉਲਟੀ ਹੈ। ਸੂਰਜ ਚੜ੍ਹਦਾ ਹੈ, ਇਸ ਲਈ ਕੁੱਕੜ ਬਾਂਗ ਦਿੰਦਾ ਹੈ। ਬਾਂਗ ਦੇਣ ਦੇ ਕਾਰਨ ਸੂਰਜ ਨਹੀਂ ਚੜ੍ਹਦਾ। ਪਰ ਬੁੱਢੀ ਨੂੰ ਕੌਣ ਸਮਝਾਏ? ਤੁਹਾਨੂੰ ਕੌਣ ਸਮਝਾਏ? ਬੁੱਢੀ ਦੂਜੇ ਪਿੰਡ ਚਲੀ ਗਈ। ਜਦ ਉਸਨੇ ਵੇਖਿਆ ਕਿ ਹੁਣ ਸੂਰਜ ਇੱਥੇ ਚੜ੍ਹ ਰਿਹਾ ਹੈ, ਤਾਂ ਜਦ ਇੱਥੇ ਚੜ੍ਹ ਰਿਹਾ ਹੈ ਤਾਂ ਹੋਰ ਪਿੰਡ ਵਿੱਚ ਕਿਵੇਂ ਚੜ੍ਹੇਗਾ? ਤੁਸੀਂ ਆਪਣੀ ਤੁੱਛ ਬੁੱਧੀ ਨਾਲ ਛੋਟੇ ਘੇਰੇ ਵਿੱਚ ਸੋਚਦੇ ਹੋ। ਤੁਹਾਡੇ ਕਾਰਨ ਪਰਮਾਤਮਾ ਨਹੀਂ ਹੈ, ਪਰਮਾਤਮਾ ਦੇ ਕਾਰਨ ਤੁਸੀਂ ਹੋ। ਇਹ ਸਵਾਸ ਤੁਹਾਡੇ ਕਾਰਨ ਨਹੀਂ ਚੱਲ ਰਹੇ, ਇਹ ਸਵਾਸ ਪਰਮਾਤਮਾ ਦੇ ਕਾਰਨ ਚੱਲ ਰਹੇ। ਇਸ ਦਾ ਭਾਵ ਨੂੰ ਖਿਆਲ ਵਿੱਚ ਲਵੋ। ਨਾਨਕ ਨੇ ਇਹ ਸ਼ਬਦ ਸਮਝ ਵਿੱਚ ਆ ਜਾਣਗੇ। ਇੱਕ ਇੱਕ ਸ਼ਬਦ ਵਡਮੁੱਲਾ ਹੈ। ਹੁਕਮੀ ਹੋਵੇ ਆਕਾਰ, ਹੁਕਮ ਨੇ ਕਿਹਾ ਜਾਏ। ਹੁਕਮ ਨਾਲ ਆਕਾਰ ਦੀ ਉਤਪਤੀ ਹੋਈ ਹੈ। ਉਹ ਹੁਕਮਾਂ ਨੂੰ ਸ਼ਬਦ ਵਿੱਚ ਨਹੀਂ ਕਿਹਾ ਜਾ ਸਕਦਾ। ਹੁਕਮ ਦਾ ਅਰਥ ਹੈ ਠੀਕ ਤਰ੍ਹਾਂ ਸਮਝ ਲੈਣਾ ਤਾਂ ਕਾਸਮਿਕ ਲਾ, ਉਹ ਜੋ ਸਾਰੇ ਜੀਵਨ ਨੂੰ ਚਲਾਉਣ ਵਾਲਾ ਮਹਾ ਨਿਯਮ ਹੈ। ਹੁਕਮ ਦਾ ਇਹੀ ਅਰਥ ਹੈ। ਹੁਕਮ ਨਾਲ ਹੀ ਜੀਆਂ ਦੀ ਉਤਪਤੀ ਹੋਈ ਹੈ, ਹੁਕਮ ਨਾਲ ਹੀ ਵਡਿਆਈ ਹੈ। ਹੁਕਮ ਹੋਵੇ ਆਕਾਰ, ਹੁਕਮ ਕਿਹਾ ਜਾਏ। ਹੁਕਮੀ ਹੋਵੇ ਜੀ, ਹੁਕਮ ਮਿਲੇ ਵਡਿਆਈ। ਗੁਰੂ ਨਾਨਕ ਦੇਵ ਜੀ ਦੀਆਂ ਇਹ ਛੋਟੀਆਂ ਛੋਟੀਆਂ ਉਦਾਹਰਨਾਂ ਸਾਡਾ ਜੀਵਨ ਬਦਲ ਦਿੰਦੀਆਂ ਨੇ। ਜੋ ਵੀ ਬੰਦੇ ਗੁਰੂ ਨਾਨਕ ਦੇਵ ਜੀ ਦੇ ਲੜ ਲੱਗੇ ਹਨ, ਭਵ ਸਾਗਰ ਤੋਂ ਬੇੜਾ ਪਾਰ ਹੀ ਹੋਇਆ ਹੈ। ਸੱਚ, ਝੂਠ, ਜਨਮ ਮਰਨ ਸਭ ਦਾ ਇਨਸਾਫ ਇੱਥੇ ਹੀ ਹੋਇਆ ਹੈ। ਜਦ ਤੁਸੀਂ ਜਿੱਤੋਗੇ ਤਾਂ ਇਹ ਸੋਚਣਾ ਕਿ ਮੈਂ ਜਿੱਤ ਰਿਹਾ ਹਾਂ, ਅਤੇ ਜੇਕਰ ਤੁਸੀਂ ਹਾਰੇ ਹੋ ਤਾਂ ਇਹੀ ਸੋਚਣਾ ਕਿ ਮੈਂ ਹਾਰ ਗਿਆ ਹਾਂ। ਜਿੱਤ ਵਿੱਚ ਵੀ ਨਾ ਸੋਚੋਗੇ ਕਿ ਮੈਂ ਜਿੱਤ ਰਿਹਾ ਹਾਂ, ਹਾਰ ਕੇ ਵੀ ਤੁਸੀਂ ਪਾਓਗੇ ਕਿ ਮੈਂ ਹਾਰ ਰਿਹਾ ਹਾਂ। ਉਹ ਹੀ ਜਿੱਤਦਾ ਹੈ, ਉਹ ਹੀ ਹਰਾਉਂਦਾ ਹੈ, ਉਸ ਦੀ ਖੇਡ ਹੈ। ਇਸ ਲਈ ਹਿੰਦੂ ਇਸ ਪੂਰੇ ਜਗਤ ਨੂੰ ਲੀਲਾ ਕਹਿੰਦੇ ਹਨ। ਲੀਲਾ ਦਾ ਅਰਥ ਹੈ ਹਾਰਦਾ ਵੀ ਉਹੀ ਹੈ ਅਤੇ ਜਿਤਾਉਂਦਾ ਵੀ ਉਹੀ ਹੈ। ਇਸ ਹੱਥ ਨਾਲ ਜਿਤਾਉਂਦਾ ਹੈ, ਉਸ ਹੱਥ ਨਾਲ ਹਰਾਉਂਦਾ ਹੈ। ਲੇਕਿਨ ਜਿੱਤਣ ਅਤੇ ਹਾਰਨ ਵਿਚਕਾਰ ਵੀ ਸੋਚ ਲੈਂਦੇ ਹਨ। ਜੋ ਉਪਕਰਨ ਹਨ, ਜੋ ਨਿਯਮਿਤ ਹਨ, ਜੋ ਮਾਧਿਅਮ ਹਨ, ਇਹ ਸਮਝਾ ਲੈਂਦੇ ਹਾਂ। ਅਸੀਂ ਤਾਂ ਸਿਰਫ ਕਰਤਾ ਹਾਂ। ਵਾਹਿਗੁਰੂ ਜੀ ਦਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਦੀ